ਯੈਸ 10th ਕਲਾਸ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਮੈਥਮੈਟਿਕਸ ਦਾ ਚੈਪਟਰ ਨੰਬਰ 8 ਟ੍ਰਿਗਨੋਮੈਟਰੀ ਓਕੇ 10th ਕਲਾਸ ਮੈਥਮੈਟਿਕਸ ਚੈਪਟਰ 8 ਟ੍ਰਿਗਨੋਮੈਟਰੀ ਇਸ ਨੂੰ ਡਿਸਕਸ ਕਰਾਂਗੇ। ਇਸ ਨੂੰ ਡਿਸਕਸ ਕਰਨ ਦੇ ਲਈ ਆਪਾਂ ਬੇਸਿਕਲੀ ਠੀਕ ਹੈ ਕੀ ਦੇਖ ਰਹੇ ਹਾਂ। ਇਸ ਤੋਂ ਬਾਅਦ ਆਪਾਂ ਐਕਸਰਸਾਈਜ਼ ਵਾਈਜ਼ ਕਰਾਂਗੇ ਕਿ ਐਕਸਰਸਾਈਜ਼ 8.1 ਦੇ ਬਾਰੇ ਆਪਾਂ ਨੇ ਠੀਕ ਹੈ ਕਰਨਾ। ਬਟ ਬੇਸਿਕਲੀ ਦੇਖੋ, ਬੇਸਿਕਲੀ ਆਪਾਂ ਗੱਲ ਕਰਾਂਗੇ ਟ੍ਰਿਗਨੋਮੈਟਰੀ ਵਰਡ ਦੇ ਬਾਰੇ ਸਭ ਤੋਂ ਪਹਿਲਾਂ। ਠੀਕ ਹੈ, ਇੱਕ ਨਿਊ ਚੀਜ਼ ਹੈ 10th ਕਲਾਸ ਦੇ ਲਈ ਇਹ। ਸੋ ਜਿਹੜਾ ਟ੍ਰਿਗਨੋਮੈਟਰੀ ਹੈ ਇਸ ਦੇ ਵਿੱਚ ਜੋ ਟਰਾਏ ਆ, ਟਰਾਏ ਦਾ ਮਤਲਬ ਕੀ ਹੁੰਦਾ ਐਕਚੁਅਲ ਦੇ ਵਿੱਚ ਬੇਟਾ 3। ਟਰਾਏ ਦਾ ਮਤਲਬ ਕੀ ਹੁੰਦਾ 3। ਸੋ ਉਸ ਤੋਂ ਬਾਅਦ ਜਿਹੜਾ ਗੌਨ ਆ, ਠੀਕ ਹੈ ਜੀ, ਗੌਨ ਦਾ ਮਤਲਬ ਹੈ ਆਪਣੇ ਕੋਲ ਸਾਈਡਸ। ਉਸ ਤੋਂ ਬਾਅਦ ਜੋ ਮੈਟਰੀ ਹੈ, ਮੈਟਰੀ ਦਾ ਮਤਲਬ ਕੀ ਹੈ ਮੈਜ਼ਰਮੈਂਟ। ਮੈਟਰੀ ਦਾ ਮਤਲਬ ਮੈਜ਼ਰਮੈਂਟ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ ਮੈਜ਼ਰ ਕਰਦੇ ਹਾਂ, ਕਿਵੇਂ ਆਪਾਂ ਉਸ ਨੂੰ ਠੀਕ ਹੈ ਜੀ ਮਾਪਦੇ ਹਾਂ। ਸੋ ਹੁਣ ਦੇਖੋ 3 ਸਾਈਡਸ ਮੈਜ਼ਰਮੈਂਟ, ਇਸ ਦਾ ਮਤਲਬ ਇਹ ਕੀ ਬਣਿਆ ਟ੍ਰਿਗਨੋਮੈਟਰੀ ਦਾ ਕਿ 3 ਸਾਈਡਸ ਦੀ ਮੈਜ਼ਰਮੈਂਟ। ਜੇ 3 ਸਾਈਡਸ ਦੀ ਮੈਜ਼ਰਮੈਂਟ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਟ੍ਰਾਇੰਗਲ। ਠੀਕ ਹੈ ਜੀ, 3 ਸਾਈਡਸ ਨੇ ਜਿਹੜੀਆਂ ਉਹ ਕਿਹਦੀਆਂ ਨੇ ਟ੍ਰਾਇੰਗਲ ਦੀਆਂ ਹੋ ਗਈਆਂ ਤੁਹਾਡੇ ਕੋਲ। ਟ੍ਰਾਇੰਗਲ ਕਿਹੜਾ ਲੈਣਾ ਆਪਾਂ ਨੇ ਇਸ ਵਿੱਚ, ਬੇਸਿਕਲੀ ਆਪਾਂ ਇਸ ਵਿੱਚ ਇੱਕ ਰਾਈਟ ਐਂਗਲ ਟ੍ਰਾਇੰਗਲ, ਜਿਹੜਾ ਆਪਾਂ ਪ੍ਰੀਵੀਅਸ ਕਲਾਸ ਵਿੱਚ ਸੁਣਦੇ ਆ। ਠੀਕ ਹੈ ਜੀ, ਰਾਈਟ ਐਂਗਲ ਟ੍ਰਾਇੰਗਲ, ਰਾਈਟ ਐਂਗਲ ਟ੍ਰਾਇੰਗਲ ਆਪਾਂ ਲਵਾਂਗੇ ਇਸ ਦੇ ਵਿੱਚ। ਸੋ ਬੇਸਿਕਲੀ ਇਸ ਦੀ ਫੀਚਰ ਕੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਕਿ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਇੱਕ ਐਂਗਲ ਜੋ ਹੈ 90 ਡਿਗਰੀ ਦਾ ਤੁਹਾਡੇ ਕੋਲ ਹੋ ਗਿਆ। ਠੀਕ ਹੈ ਜੀ, ਬੇਸਿਕਲੀ ਆਪਾਂ ਨਾਮ ਇਹਨੂੰ ਕੀ ਦਿੱਤਾ, ਠੀਕ ਹੈ, 3 ਸਾਈਡਸ ਨੂੰ A ਐਂਡ B ਐਂਡ C। ਸੋ 90 ਡਿਗਰੀ ਦਾ ਐਂਗਲ ਕਿੱਥੇ ਬਣਾਇਆ, B ਦੇ ਵਿੱਚ ਬਣਾਇਆ। ਠੀਕ ਹੈ ਜੀ, ਉਸ ਤੋਂ ਬਾਅਦ ਅਗਲੀ ਗੱਲ ਦੇਖੋ, ਬੇਸਿਕਲੀ ਬਹੁਤ ਜ਼ਿਆਦਾ ਚੀਜ਼ਾਂ ਨੇ ਜੀ ਟ੍ਰਿਗਨੋਮੈਟਰੀ ਦੇ ਬਾਰੇ। ਠੀਕ ਹੈ ਜੀ, ਜੇਕਰ ਆਪਾਂ ਇਸ ਨੂੰ ਐਕਸਪਲੇਨ ਕਰੀਏ ਤਾਂ ਬਹੁਤ ਜ਼ਿਆਦਾ ਕੁਛ ਆ, ਬਟ ਮੈਂ ਜੋ ਕਰਵਾ ਰਿਹਾ ਇਸ ਵੀਡੀਓ ਦੇ ਵਿੱਚ ਥੋੜੀ 10th ਕਲਾਸ ਦੇ ਲਈ ਜੋ ਆਪਾਂ ਨੂੰ ਜ਼ਰੂਰਤ ਹੈ, ਠੀਕ ਹੈ ਜੀ, ਜੋ ਐਕਸਰਸਾਈਜ਼ ਵਾਈਜ਼ ਜ਼ਰੂਰਤ ਹੈ ਜਾਂ 10th ਕਲਾਸ ਦੇ ਲਈ ਤੁਹਾਨੂੰ ਜ਼ਰੂਰਤ ਹੈ, ਸਿਰਫ ਉਨੀਆਂ ਕਿ ਚੀਜ਼ਾਂ ਠੀਕ ਹੈ ਜੀ ਕਿ ਈਜ਼ੀ ਵੇ ਦੇ ਵਿੱਚ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਆਪਾਂ ਨੂੰ ਸਮਝਣ ਦੇ ਵਿੱਚ ਆਸਾਨੀ ਹੋ ਜਾਵੇ। ਵੈਸੇ ਬੇਸਿਕਲੀ ਬਹੁਤ ਵੱਡੀ ਇੱਕ ਚੀਜ਼ ਹੈ ਇਹ, ਠੀਕ ਹੈ, ਜਿਹੜੀ ਕਿ ਤੁਹਾਨੂੰ 11th ਕਲਾਸ ਦੇ ਵਿੱਚ ਆਉਂਦੀ ਹੈ ਜਾ ਕੇ। ਠੀਕ ਹੈ, ਸੋ ਰਾਈਟ ਐਂਗਲ, ਰਾਈਟ ਐਂਗਲ ਦੀ ਗੱਲ ਕੀਤੀ 90 ਡਿਗਰੀ। ਹੁਣ ਦੇਖੋ ਆਪਾਂ ਨੂੰ ਪਤਾ ਹੈ ਕਿ ਜੋ ਟਰਾਇੰਗਲ ਆ, ਕੋਈ ਵੀ ਇੱਕ ਟਰਾਇੰਗਲ ਆ, ਤਾਂ ਉਹਦੇ ਜੋ ਸਾਰੇ ਐਂਗਲਸ ਹੁੰਦੇ ਨੇ, ਇੱਕ ਆ ਐਂਗਲ ਹੋ ਗਿਆ ਬੇਟਾ, ਇੱਕ ਆ ਵਾਲਾ ਐਂਗਲ ਹੋ ਗਿਆ, ਇੱਕ ਆ ਵਾਲਾ, ਸਾਰੇ ਐਂਗਲਸ ਯਾਨੀ ਕਿ ਤਿੰਨੋਂ ਐਂਗਲਸ ਦਾ ਜੋ ਸਮ ਹੁੰਦਾ ਹੈ ਐਕਚੁਅਲ ਦੇ ਵਿੱਚੋਂ ਕਿੰਨਾ ਹੁੰਦਾ 180। ਠੀਕ ਹੈ ਜੀ, ਐਕਚੁਅਲ ਦੇ ਵਿੱਚੋਂ ਕਿੰਨਾ ਹੁੰਦਾ ਤੁਹਾਡੇ ਕੋਲ 180 ਹੋ ਜਾਂਦਾ ਹੁੰਦਾ। ਠੀਕ ਹੈ ਜੀ, ਆਪਾਂ ਰਫ ਵਰਕ ਦੇਖ ਲਈਏ ਇੱਕ ਕਿ ਜੋ ਆਪਣੇ ਕੋਲ ਫੋਰ ਐਗਜ਼ਾਮਪਲ ਆਪਾਂ A + B + C ਐਂਗਲ ਲੈ ਲਈਏ, ਐਂਗਲ A ਪਲਸ ਐਂਗਲ B ਪਲਸ ਐਂਗਲ C, ਉਹ ਕਿੰਨਾ ਹੋਣਾ ਚਾਹੀਦਾ 180। ਜੇ 180 ਹੈ ਤਾਂ ਇੱਕ ਤਾਂ ਆਪਣੇ ਕੋਲ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ 90 ਡਿਗਰੀ ਹੋ ਗਿਆ, ਤਾਂ ਜਿਹੜੇ ਰੈਸਟ ਆਫ ਦੀ 2 ਸਾਈਡਸ ਨੇ A ਐਂਡ B, A ਐਂਡ C, A ਐਂਡ C, ਕਿਉਂਕਿ B ਆਪਾਂ 90 ਲੈ ਲਿਆ, ਤਾਂ ਇਹਨਾਂ ਦੋਹਾਂ ਦਾ ਸਮ ਮਿਲਾ ਕੇ 90 ਡਿਗਰੀ ਹੋਊਗਾ। ਦੋਹਾਂ ਦਾ ਸਮ ਮਿਲਾ ਕੇ 90 ਡਿਗਰੀ ਹੋਊਗਾ। ਇਸ ਦਾ ਮਤਲਬ ਪਤਾ ਕੀ ਹੋਇਆ, ਤੁਸੀਂ ਪ੍ਰੀਵੀਅਸ ਕਲਾਸ ਵਿੱਚ ਪੜ੍ਹਿਆ ਹੋਇਆ ਕਿ ਕੋਈ ਵੀ ਦੋ ਐਂਗਲ ਜੇਕਰ ਆਪਣੇ ਕੋਲ 90 ਡਿਗਰੀ ਬਣਾ ਰਹੇ ਨੇ, ਇਹਦਾ ਮਤਲਬ ਇਹ ਦੋਨੋਂ ਐਂਗਲਸ ਨੇ ਜਿਹੜੇ ਜੇ ਮਿਲਾ ਕੇ 90 ਡਿਗਰੀ ਬਣਾ ਰਹੇ ਨੇ ਤਾਂ ਦੋਨੋਂ ਐਂਗਲ 90 ਤੋਂ ਜਾਂ 90 ਤੋਂ ਛੋਟੇ ਨੇ, ਸਮੋਲਰ ਨੇ 90 ਤੋਂ। ਠੀਕ ਹੈ ਜੀ, ਦੋਨੋਂ ਐਂਗਲਸ A ਵੀ ਛੋਟਾ B ਵੀ ਛੋਟਾ, 90 ਡਿਗਰੀ ਦੇ ਤਾਂ ਨਹੀਂ ਹੋ ਸਕਦੇ। ਹੁਣ ਇੱਕ ਗੱਲ ਹੋਰ ਪੜ੍ਹੀ ਹੋਈ ਹੈ, ਜੇਕਰ 90 ਡਿਗਰੀ ਤੋਂ ਛੋਟੇ ਨੇ, ਠੀਕ ਹੈ ਜੀ, ਲੈਸ ਦੈਨ 90 ਡਿਗਰੀ, ਲੈਸ ਦੈਨ 90 ਡਿਗਰੀ ਐਂਗਲ ਆ, ਤਾਂ ਉਸ ਨੂੰ ਆਪਾਂ ਕੀ ਬੋਲ ਦਿੰਦੇ ਆ ਬੇਟਾ, ਐਕਿਊਟ ਐਂਗਲ। ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਅਕਿਊਟ ਐਂਗਲ। ਸੋ ਇਹੀ ਗੱਲ ਮੈਂ ਦੱਸਣਾ ਚਾਹੁੰਦਾ ਸੀ ਕਿ ਜੋ ਟ੍ਰਿਗਨੋਮੈਟਰੀ ਆ ਉਸ ਦੇ ਵਿੱਚ ਆਪਾਂ ਜੋ ਗੱਲ ਕਰਾਂਗੇ ਅਕਿਊਟ ਐਂਗਲ ਦੇ ਨਾਲ ਰਿਲੇਟ ਕਰਕੇ ਕਰਾਂਗੇ। ਠੀਕ ਹੈ ਜੀ, ਸੋ ਇਹ ਅਕਿਊਟ ਐਂਗਲਸ ਹੋ ਜਾਣੀਆਂ ਨੇ, ਦੋ ਚੀਜ਼ਾਂ ਨੇ ਜਿਹੜੀਆਂ। ਸੋ ਆਪਾਂ ਕਹਿ ਸਕਦੇ ਹਾਂ ਕਿ ਜੋ ਟ੍ਰਿਗਨੋਮੈਟਰੀ ਇਹ ਕੀ ਦੱਸਦੀ ਆ, ਰਿਲੇਸ਼ਨ ਦੱਸਦੀ ਆ ਬਿਟਵੀਨ ਐਂਗਲਸ ਐਂਡ ਸਾਈਡਸ। ਜੋ ਵੀ ਐਂਗਲਸ ਬਣਨਗੇ ਅਤੇ ਜੋ ਵੀ ਆਪਣੇ ਕੋਲ ਸਾਈਡਸ ਦੀ ਮੈਜ਼ਰਮੈਂਟ ਹੋਏਗੀ, ਇਹਨਾਂ ਸਾਰੀਆਂ ਚੀਜ਼ਾਂ ਦਾ ਜੋ ਰਿਲੇਸ਼ਨ ਆ ਉਹ ਐਕਚੁਅਲ ਦੇ ਵਿੱਚ ਟ੍ਰਿਗਨੋਮੈਟਰੀ ਆ ਤੁਹਾਡੀ। ਠੀਕ ਹੈ ਜੀ, ਸੋ ਇਹ ਬੇਸਿਕ ਚੀਜ਼ ਹੈ ਜਿਹੜੀ ਆਪਾਂ ਨੇ ਇੱਕ ਪੜ੍ਹੀ ਹੈ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਦੇਖੋ ਇੱਕ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ, ਬੇਸਿਕ ਚੀਜ਼ਾਂ ਜੋ ਬਹੁਤ ਜ਼ਿਆਦਾ ਜ਼ਰੂਰੀ ਨੇ। ਠੀਕ ਹੈ, ਜੇ ਤੁਹਾਡੇ ਚੈਪਟਰ ਨੂੰ ਤੁਸੀਂ ਠੀਕ ਹੈ ਜੀ ਅੱਛੀ ਤਰ੍ਹਾਂ ਕਰਨਾ ਸਮੂਥਲੀ। ਹੁਣ ਦੇਖੋ 3 ਚੀਜ਼ਾਂ ਆਪਾਂ ਨੂੰ ਪਤਾ ਹੈ। ਇੱਕ ਆਪਾਂ ਨੂੰ ਪਤਾ ਜੀ ਬੇਸ, ਇੱਕ ਵਰਡ ਆਪਾਂ ਨੂੰ ਪਤਾ ਪਰਪੈਂਡੀਕੂਲਰ। ਠੀਕ ਹੈ ਜੀ, ਇੱਕ ਆਪਾਂ ਨੂੰ ਵਰਡ ਪਤਾ ਹਾਈਪੋਟੇਨਿਊਜ਼। ਹੁਣ ਦੇਖੋ 3 ਚੀਜ਼ਾਂ ਨੇ। ਆ ਤਾਂ ਆਪਾਂ ਨੂੰ ਪਤਾ ਹੈ ਕਿ ਹਾਈਪੋਟੇਨਿਊਜ਼ ਹੋ ਗਿਆ ਤੁਹਾਡਾ, ਠੀਕ ਹੈ ਜੀ, ਜਿਹਨੂੰ ਆਪਾਂ ਰਿਪਰੈਜ਼ੈਂਟ ਕਰ ਦਿੰਦੇ ਹਾਂ ਹਾਈਪੋਟੇਨਿਊਜ਼ ਨੂੰ H ਦੇ ਨਾਲ।
ਇਸ ਤੋਂ ਬਾਅਦ ਹੁਣ ਗੱਲ ਕਰੀਏ ਪਰਪੈਂਡੀਕੂਲਰ ਐਂਡ ਬੇਸ। ਬੇਸਿਕਲੀ ਆਪਾਂ ਨੂੰ ਇੱਕ ਗੱਲ ਦਾ ਪਤਾ, ਜਿਹੜਾ ਬੇਸ ਹੁੰਦਾ ਨਾ, ਬੇਸ ਕੀ ਹੁੰਦਾ? ਬੇਸ ਹੁੰਦਾ ਜਦੋਂ ਵੀ ਕੋਈ ਵੀ ਦੋ ਸਾਈਡਸ ਤੇ ਹੁਣ 90 ਡਿਗਰੀ ਦਾ ਐਂਗਲ ਬਣਾਉਂਦੀਆਂ ਨੇ, ਦੋ ਸਾਈਡਸ ਮਿਲ ਕੇ 90 ਡਿਗਰੀ ਦਾ ਐਂਗਲ ਬਣਾ ਲੈਂਦੀਆਂ ਨੇ, ਉਹ ਬੇਸ ਹੋ ਜਾਂਦਾ। ਹੁਣ ਜੇ ਆਪਾਂ ਥੋੜਾ ਜਿਹਾ ਧਿਆਨ ਦਈਏ, ਇਸ ਫਿਗਰ ਨੂੰ ਹੀ ਅੱਛੀ ਤਰ੍ਹਾਂ ਦੇਖਣਾ ਹੈ ਤੁਸੀਂ, ਠੀਕ ਹੈ? ਥੋੜਾ ਧਿਆਨ ਦਈਏ ਤਾਂ 90 ਡਿਗਰੀ ਇੱਧਰ ਵੀ ਹੈ ਤੇ ਇੱਧਰ ਵੀ, ਦੋਹਾਂ ਨੂੰ ਜੁਆਇਨ ਕਰਕੇ ਬਣ ਰਿਹਾ ਨਾ। ਸੋ ਆਪਾਂ ਐਵੇਂ ਤਾਂ ਨਹੀਂ ਕਹਿ ਸਕਦੇ ਕਿ ਜੇ ਇਸ ਦੇ ਉੱਤੇ 90 ਡਿਗਰੀ ਬਣ ਰਿਹਾ ਤਾਂ ਆਹ ਬੇਸ ਆ, ਇਸ ਦੇ ਉੱਤੇ ਵੀ ਤਾਂ ਬਣ ਰਿਹਾ, ਸੋ ਇਹ ਵੀ ਬੇਸ ਹੋ ਸਕਦਾ। ਸੋ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿ ਕਿਹੜਾ ਬੇਸ ਹੋਵੇ। ਸੋ ਇਸ ਚੀਜ਼ ਦੇ ਨਾਲ ਹੀ ਤੁਹਾਡੇ ਕੁਐਸਚਨ ਸੋਲਵ ਹੋਣੇ ਆ, ਜਿਹੜੀ ਹੁਣ ਚੀਜ਼ ਦੱਸ ਰਿਹਾ ਮੈਂ, ਠੀਕ ਹੈ? ਸੋ ਹੁਣ ਇਹਨੂੰ ਕਿਵੇਂ ਆਪਾਂ ਦੇਖਾਂਗੇ? ਹਮੇਸ਼ਾ ਯਾਦ ਰੱਖਣਾ, ਜਿਹੜਾ ਵੀ ਐਂਗਲ ਆਪਾਂ ਪਿਕ ਕਰਾਂਗੇ, ਫੋਰ ਐਗਜ਼ਾਮਪਲ ਇੱਥੇ ਆਪਾਂ ਐਂਗਲ ਪਿਕ ਕਰ ਲੈਂਦੇ ਹਾਂ ਥੀਟਾ ਐਂਗਲ ਪਿਕ ਕਰ ਲਿਆ ਮੈਂ, ਤਾਂ ਹਮੇਸ਼ਾ ਯਾਦ ਰੱਖਾਂਗੇ ਕਿ ਜੋ ਉਸ ਐਂਗਲ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਹੈ ਉਹਨੂੰ ਆਪਾਂ ਕੀ ਬੋਲ ਦਾਂਗੇ ਬੇਟਾ? ਪਰਪੈਂਡੀਕੂਲਰ, ਠੀਕ ਹੈ ਜੀ? ਉਹਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਹੈ ਉਸ ਨੂੰ ਆਪਾਂ ਕੀ ਬੋਲ ਦਾਂਗੇ? ਠੀਕ ਹੈ, ਉਹਨੂੰ ਕੀ ਬੋਲ ਦਾਂਗੇ? ਪਰਪੈਂਡੀਕੂਲਰ। ਤੇ ਨੀਚੇ ਵਾਲੀ ਸਾਈਡ ਕੀ ਆ ਗਈ ਤੁਹਾਡੀ? ਬੇਸ। ਬਟ ਉਸ ਤੋਂ ਬਾਅਦ ਸੈਕਿੰਡ ਗੱਲ ਕਰੀਏ, ਹੁਣ ਜੇਕਰ ਆਪਾਂ ਦੇਖੀਏ ਕਿ ਇਹ ਐਂਗਲ ਇੱਥੇ ਨਾ ਹੁੰਦਾ, ਇਹਦੀ ਜਗ੍ਹਾ ਦੇ ਉੱਤੇ ਐਂਗਲ ਕਿੱਥੇ ਹੋ ਜਾਂਦਾ ਬੇਟਾ? ਇੱਥੇ ਹੋ ਜਾਂਦਾ, ਠੀਕ ਹੈ ਜੀ? ਯਾਨੀ ਸੀ ਪੁਆਇੰਟ ਤੇ ਹੋ ਜਾਂਦਾ। ਇੱਕ ਅਲੱਗ ਫਿਗਰ ਦੇ ਵਿੱਚ ਤੁਹਾਨੂੰ ਮੈਂ ਰਿਪਰੈਜ਼ੈਂਟ ਕਰਕੇ ਦਿਖਾਉਣਾ ਇਸ ਨੂੰ। ਹਾਂਜੀ, ਇਸ ਤੋਂ ਬਾਅਦ ਆਪਾਂ ਫਿਗਰ ਸੈਕਿੰਡ ਆਹ ਵਾਲੀ ਦੇਖੋ, ਠੀਕ ਹੈ? ਹੁਣ ਇਸ ਦੇ ਵਿੱਚ ਆਪਾਂ ਡਿਸਕਸ ਕੀਤਾ, ਜੇ ਇੱਥੇ ਆ ਤਾਂ ਪਰਪੈਂਡੀਕੂਲਰ ਸਾਹਮਣੇ ਹੋ ਗਿਆ ਤੇ ਬੇਸ ਆ ਹੋ ਗਿਆ, ਹਾਈਪੋਟੇਨਿਊਜ਼ ਤਾਂ ਸਟਿਲ ਹੈ, ਠੀਕ ਹੈ? ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ, ਜੇਕਰ ਇੱਥੇ ਐਂਗਲ ਹੋ ਜਾਵੇ ਥੀਟਾ, ਦੈਨ ਆਪਣਾ ਪਰਪੈਂਡੀਕੂਲਰ ਕੀ ਬਣ ਜੂ ਬੇਟਾ? ਇਹਦੇ ਕੋਰਸਪੋਂਡਿੰਗ ਜੋ ਚੀਜ਼ ਹੈ, ਠੀਕ ਹੈ ਜੀ? ਦੈਟ ਇਜ਼ ਆਪਾਂ ਕੀ ਬੋਲ ਸਕਦੇ ਹਾਂ ਕਿ ਤੁਹਾਡਾ ਪਰਪੈਂਡੀਕੂਲਰ ਇਹ ਵਾਲਾ ਹੋ ਗਿਆ, ਦੈਨ ਬੇਸ ਆ ਵਾਲਾ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ। ਸੋ ਇਹ ਚੀਜ਼ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਆ ਫਰਦਰ ਕੁਐਸਚਨਸ ਕਰਨ ਦੇ ਲਈ, ਕਿਉਂਕਿ ਜੋ ਆਪਾਂ ਟ੍ਰਿਗਨੋਮੈਟਰੀ ਦੀ ਗੱਲ ਕਰਨੀ ਹੈ, ਟ੍ਰਿਗਨੋਮੈਟਰੀ ਰੇਸ਼ੋਸ ਦੇ ਵਿੱਚ ਕਰਨਾ, ਉਹ ਇਹਨਾਂ ਦੇ ਉੱਤੇ ਬੇਸਡ ਆ ਸਾਰਾ ਤੁਹਾਡਾ, ਠੀਕ ਹੈ ਜੀ? ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਬੇਟਾ ਟ੍ਰਿਗਨੋਮੈਟ੍ਰਿਕ ਰੇਸ਼ੋਸ ਦੇ ਬਾਰੇ, ਠੀਕ ਹੈ? ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਰਿਲੇਸ਼ਨ ਦੱਸ ਰਿਹਾ ਇਹ, ਠੀਕ ਹੈ ਜੀ? ਰਿਲੇਸ਼ਨ ਦੱਸ ਰਿਹਾ ਹੈ ਐਂਗਲ ਐਂਡ ਸਾਈਡ ਐਂਡ ਐਂਗਲ ਦੇ ਵਿੱਚ, ਠੀਕ ਹੈ? ਸੋ ਸਮ ਟ੍ਰਿਗਨੋਮੈਟ੍ਰਿਕ ਰੇਸ਼ੋਸ, ਕਿਹੜੀਆਂ ਟ੍ਰਿਗਨੋਮੈਟ੍ਰਿਕ ਰੇਸ਼ੋਸ ਸੀਗੀਆਂ? 6 ਟਾਈਪ ਦੀਆਂ ਮੈਂ ਤੁਹਾਨੂੰ ਦੱਸੀਆਂ ਹੈ ਕਿ ਆਪਣੇ ਕੋਲ ਹੈਗੀਆਂ ਨੇ। ਦੈਟ ਇਜ਼, ਇੱਕ ਆਪਾਂ ਗੱਲ ਕਰੀਏ ਸਾਈਨ ਥੀਟਾ ਦੀ, ਉਸ ਤੋਂ ਬਾਅਦ ਕੋਸ ਥੀਟਾ ਦੀ, ਉਸ ਤੋਂ ਬਾਅਦ ਟੈਨ ਥੀਟਾ ਦੀ ਗੱਲ ਕੀਤੀ ਜਾ ਸਕਦੀ ਹੈ, ਠੀਕ ਹੈ ਜੀ? ਕੋਸਿਕੈਂਟ ਥੀਟਾ ਦੀ ਗੱਲ ਕੀਤੀ ਜਾ ਸਕਦੀ ਹੈ, ਸਿਕੈਂਟ ਥੀਟਾ ਦੀ ਗੱਲ ਕੀਤੀ ਜਾ ਸਕਦੀ ਹੈ, ਕੋਟੈਂਜੈਂਟ ਥੀਟਾ ਦੀ ਗੱਲ ਕੀਤੀ ਜਾ ਸਕਦੀ ਹੈ, ਠੀਕ ਹੈ ਜੀ? ਸੋ ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ, ਕੋਸਿਕੈਂਟ, ਸਿਕੈਂਟ ਐਂਡ ਕੋਟੈਂਜੈਂਟ ਜਾਂ ਕੋਟ ਥੀਟਾ, ਠੀਕ ਹੈ? ਇਹਨਾਂ ਨੂੰ ਆਪਾਂ ਬੇਸਿਕਲੀ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ, ਠੀਕ ਹੈ ਜੀ? ਕਿਵੇਂ ਰਿਪਰੈਜ਼ੈਂਟ ਕਰਾਂਗੇ ਇਸ ਨੂੰ ਆਪਾਂ? ਇਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਬੇਸਿਕਲੀ ਆਪਾਂ ਨੂੰ ਇੱਕ ਚੀਜ਼ ਯਾਦ ਰੱਖਣੀ ਪੈਣੀ ਹੈ, ਠੀਕ ਹੈ ਜੀ? ਸੋ ਇੱਕ ਫਨੀ ਟ੍ਰਿਕ ਜੋ ਹੈ ਕਿ ਕੋਈ ਵੀ ਆਪਣੇ ਕੋਲ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ, ਠੀਕ ਹੈ ਜੀ? ਉਸ ਤੋਂ ਬਾਅਦ ਆਪਾਂ ਲਿਖਣਾ ਹੈ ਸੋਨਾ ਚਾਂਦੀ ਤੋਲੇ, ਠੀਕ ਹੈ ਜੀ? ਸੋਨਾ ਚਾਂਦੀ ਤੋਲੇ ਉੱਪਰ ਹੀ ਲਿਖ ਦਿੰਦੇ ਆ ਇਹ ਆਪਾਂ, ਠੀਕ ਹੈ ਜੀ? ਸੋ ਹੁਣ ਦੇਖੋ, ਯਾਦ ਰੱਖਣੀ ਹੈ ਇਹ ਗੱਲ ਆਪਾਂ ਨੇ, ਬਹੁਤ ਅੱਛੇ ਤਰੀਕੇ ਦੇ ਨਾਲ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਰੇਸ਼ੋਜ਼ ਦੇ ਵਿੱਚ ਆਪਾਂ ਸਾਈਡਸ ਦੀ ਰੇਸ਼ੋ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ ਦੀਜ਼ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਨੂੰ। ਇਹਨਾਂ ਨੂੰ ਬੋਲਣਾ ਟ੍ਰਿਗਨੋਮੈਟ੍ਰਿਕ ਰੇਸ਼ੋਜ਼, ਠੀਕ ਹੈ? ਸੋ ਹੁਣ ਦੇਖੋ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ। ਹੁਣ ਇਹ ਜੋ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ, ਇਸ ਦੇ ਨੀਚੇ ਆਪਾਂ ਫ੍ਰੈਕਸ਼ਨ ਲਗਾ ਦਿੰਦੇ ਹਾਂ, ਠੀਕ ਹੈ? ਆਪਾਂ ਕਹਿ ਸਕਦੇ ਹਾਂ ਕਿ ਡਿਵੀਡੇਸ਼ਨ ਲਗਾ ਦਿੰਦੇ ਹਾਂ, ਯਾਨੀ ਕਿ ਜੋ ਆ ਚੀਜ਼ ਹੈ ਸੋਨਾ ਚਾਂਦੀ ਤੋਲੇ ਆਪਾਂ ਨੇ ਯਾਦ ਰੱਖ ਲਿਆ, ਠੀਕ ਹੈ? ਯਾਨੀ ਕਿ ਇਹਨੂੰ ਆਪਾਂ ਬੋਲ ਦਾਂਗੇ ਜੀ ਸਾਈਨ ਥੀਟਾ, ਇਹਨੂੰ ਬੋਲ ਦਾਂਗੇ ਕੋਸ ਥੀਟਾ, ਇਹਨੂੰ ਬੋਲ ਦਾਂਗੇ ਆਪਾਂ ਬੇਟਾ ਟੈਨ ਥੀਟਾ। ਸੋ ਹੁਣ ਸਾਈਨ ਥੀਟਾ ਦੇ ਲਈ ਕੀ ਰੇਸ਼ੋ ਆ ਗਈ? ਯਾਦ ਰੱਖਣੀ ਬਹੁਤ ਈਜ਼ੀ ਹੋ ਗਈ ਆਪਾਂ ਨੂੰ। ਸਾਈਨ ਥੀਟਾ ਦੀ ਰੇਸ਼ੋ ਆ ਗਈ P/H, ਕੋਸ ਥੀਟਾ ਦੀ ਰੇਸ਼ੋ ਆ ਗਈ P/H, ਟੈਨ ਥੀਟਾ ਦੀ ਰੇਸ਼ੋ ਆ ਗਈ P/B। ਸੋ ਸਿੰਪਲੀ ਆਪਾਂ ਲਿਖ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਸਾਈਨ ਥੀਟਾ ਦੀ ਪਲੇਸ ਦੇ ਉੱਤੇ ਆਪਾਂ ਕੀ ਲਿਖ ਸਕਦੇ ਹਾਂ ਬੇਟਾ? ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼। ਕੋਸ ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ? ਬੇਸ ਓਵਰ ਹਾਈਪੋਟੇਨਿਊਜ਼। ਟੈਨ ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ? ਪਰਪੈਂਡੀਕੂਲਰ ਓਵਰ ਬੇਸ, ਠੀਕ ਹੈ ਜੀ? ਇੱਕ ਪਾਰਟੀਕੂਲਰ ਥੀਟਾ ਰੱਖ ਕੇ। ਉਸ ਤੋਂ ਬਾਅਦ ਗੱਲ ਆ ਗਈ ਕੋਸਿਕੈਂਟ, ਸਿਕੈਂਟ ਐਂਡ ਕੋਟੈਂਜੈਂਟ ਜਾਂ ਕੋਟ। ਹੁਣ ਇਸੇ ਲਈ ਆਪਾਂ ਨੂੰ ਇੱਕ ਗੱਲ ਯਾਦ ਰੱਖਣੀ ਪਏਗੀ ਬੇਟਾ ਕਿ ਇਹਨਾਂ ਦੀਆਂ ਵੈਲਿਊਜ਼ ਕੀ ਨੇ। ਜੇਕਰ ਆਪਾਂ ਗੱਲ ਕਰੀਏ, ਜੋ ਤੁਹਾਡੇ ਕੋਲ ਕੋਸਿਕੈਂਟ ਥੀਟਾ, ਠੀਕ ਹੈ, ਜਾਂ ਸਿਕੈਂਟ ਥੀਟਾ ਜਾਂ ਕੋਟ ਥੀਟਾ,
ਐਕਚੁਅਲ ਦੇ ਵਿੱਚ ਥੀਸ ਆਰ ਦ ਰੈਸੀਪ੍ਰੋਕਲਸ ਆਫ ਸਾइन cos ਐਂਡ tan ਰਿਸਪੈਕਟਿਵਲੀ। यानी कि कोसिकेंट है जोड़ा वो है बेटा 1/sin थीटा, ठीक है जी। यानी कह सकते हैं कि जो साइन का रेशो होगा उन्होंने उल्टा लिता जाए, रेसीप्रोकल कर दिता जाए। उस बाद सिकेंट है जोड़ा वो कोस का रेसीप्रोकल हो जाएगा बेटा, कॉट है जोड़ा वो टैन का हो जाएगा, ठीक है जी। कॉट टैन का रेसीप्रोकल हो जाएगा। इसका मतलब आप बिल्कुल इसनों की कर सकते हैं, आप इसनों रेसीप्रोक कर लो, ठीक है। यानी कि P/H है जेकर साइन तो कोसिकेंट की हो जू बेटा H नीचे डिनोमीनेटर च, इससे न्यूमेरेटर च हो जाएगा, ये न्यूमेरेटर च P तो इससे की हो जाएगा बेटा नीचे आ गया यानी डिनोमीनेटर च। इस बाद cos थीटा, cos थीटा नूं आपां सिकेंट बनाना जदों तो उल्टा दो B/H की जगह तो आप इसकी H/B लिख लो। एक ने कॉट, कॉट के लिए P/B है तो आप B/P कर लो, कोई प्रॉब्लम नहीं, ठीक है। सो ये सारिया रेशोज हो गई बेटा थोड़िया, ठीक है जी। ये सारिया साइन कॉस टैन कोसिकेंट सिकेंट एंड कॉट ये रेशोज हो गई। सो आप इस लिए भी लिख सकते हैं बेटा, ठीक है जी। सो इसनों आप कह सकते हैं कि कोसिकेंट थीटा लिख लो, इत्थे अपना कोसिकेंट थीटा लिख लो, इत्थे कॉट थीटा लिख लो, उल्टा के लिख लो, ठीक है जी। याद रखना बहुत ईजी हो जाएगा इस वे दे नाल। पंडित बद्री प्रसाद हर हर बोले सोना सोना चांदी तोले, ठीक है जी। सो ये चीज़ है जी अपनी बेसिकली 8.1 एक्सरसाइज के लिए, ठीक है, सफिशिएंट है। इस बाद बाकी एक्सरसाइज आप करांगे नैक्सट वीडियो।